ਨੈਕਸਟ ਇਜ਼ ਹੈਟਰੋਟ੍ਰੋਫਸ। ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਦੇ ਵਿੱਚ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਕਿਹੜੇ ਕਿਹੜੇ ਆਰਗੇਨਿਜ਼ਮ ਆ ਜਾਂਦੇ ਆ। ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਦੇ ਵਿੱਚ ਉਹ ਸਾਰੇ ਐਨੀਮਲ ਆ ਜਾਣਗੇ ਜਾਂ ਉਹ ਕੁਝ ਜਿਹੜੇ ਫੰਜਾਈ ਵਗੈਰਾ ਮਾਊਲਡ ਵਗੈਰਾ ਜਿਹੜੇ ਆਪਣਾ ਖਾਣਾ ਖੁਦ ਪ੍ਰਿਪੇਅਰ ਨਹੀਂ ਕਰ ਸਕਦੇ, ਜਾਂ ਅਸੀਂ ਸਿੰਪਲ ਲੈਂਗੁਏਜ ਵਿੱਚ ਕਹਿ ਦਈਏ ਕਿ ਜਿਹੜੇ ਟੋਟਲੀ ਡਿਪੈਂਡੈਂਟ ਨੇ ਆਟੋਟ੍ਰੋਫਸ ਤੇ, ਉਹਨਾਂ ਸਾਰੇ ਆਰਗੇਨਿਜ਼ਮਸ ਨੂੰ ਅਸੀਂ ਕਹਿੰਦੇ ਹਾਂ ਹੈਟਰੋਟ੍ਰੋਫਸ। ਠੀਕ ਹੈ, ਦੇ ਕਾਂਟ ਮੈਨੂਫੈਕਚਰ देयर ओन फूड। क्यों नहीं कर सकते अपना खाना, क्यों नहीं बना सकते? बिकॉज इन्हां दे विच एबसेंस आ कोई भी क्लोरोफिल वगैरह वर्गा मटीरीयल जिहड़ा आ वो नहीं हैगा। ठीक है, एंड ये डायरैक्ट ऑर्गैनिक फूड ऑबटेन नहीं कर सकते, इस करके ये टोटली डिपेंडेंट होंदे आ ऑटोट्रॉफ्स के उपर। ठीक है, जिन्ने भी हेटरोट्रॉफिक न्यूट्रिशन दे विच जिन्ने भी सारे एनीमल्स ने वो हेटरोट्रॉफ्स ने, एंड फंजाई जिन्ने भी टाइप्स की फंजाई होंदी आ वो सारी जिहड़ी आ हेटरोट्रॉफिक मोड ऑफ न्यूट्रिशन हुंदा उन्हां दे विच। ਇਹਦੇ ਵਿੱਚ ਆ ਜਾਂਦੇ ਆ ਹਰਬੀਵੋਰ, ਕਾਰਨੀਵੋਰ, ਓਮਨੀਵੋਰ। ਇਹ ਸਾਰੀਆਂ ਟਰਮਸ ਤੁਸੀਂ ਜਿਹੜੀਆਂ ਆਪਣੀਆਂ ਕਲਾਸਿਸ ਛੋਟੀਆਂ ਦੇ ਵਿੱਚ ਤੁਸੀਂ ਦੇਖੀਆਂ ਹੋਣਗੀਆਂ। ਠੀਕ ਹੈ, ਇਹਦੇ ਵਿੱਚੋਂ ਇੱਕ ਚੀਜ਼ ਇੱਥੇ ਤੁਹਾਡੇ ਕੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਕਿ ਜਿਹੜੇ ਸਾਡੇ ਕੋਲ ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਆ ਉਹਦੇ ਵਿੱਚ ਬਹੁਤ ਸਾਰੀਆਂ ਕੈਟੇਗਰੀਜ਼ ਨੇ। ਲਾਈਕ ਅਸੀਂ ਉਹਨਾਂ ਨੂੰ ਹੋਲੋਜ਼ੋਇਕ, ਸੈਪਰੋਜ਼ੋਇਕ, ਪੈਰਾਸਿਟਿਕ, ਇਹਨਾਂ ਦੀ ਥੋੜ੍ਹੀ ਜਿਹੀ ਤੁਹਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ। ਇਹਦੇ ਵਿੱਚ ਅਸੀਂ ਕਰਾਂਗੇ ਪਹਿਲਾਂ ਪੈਰਾਸਿਟਿਕ। ਪੈਰਾਸਿਟਿਕ ਮੋਡ ਆਫ ਨਿਊਟ੍ਰੀਸ਼ਨ ਕਿੰਨਾ ਦਾ ਹੁੰਦਾ ਹੈਗੇ ਹੈਟਰੋਟ੍ਰੋਫੀ ਨੇ, ਬਟ ਇਟ ਇਜ਼ ਅ ਕੈਟੇਗਰੀ ਆਫ ਹੈਟਰੋਟ੍ਰੋਫ। ਸੋ ਹੇਅਰ ਇਟ ਇਜ਼ ਅ ਫਸਟ ਕੈਟੇਗਰੀ ਆਫ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ, ਦੈਟ ਇਜ਼ ਪੈਰਾਸਾਈਟਸ। ਪੈਰਾਸਿਟਿਕ ਮੋਡ ਆਫ ਨਿਊਟ੍ਰੀਸ਼ਨ ਕੀ ਹੁੰਦਾ ਆ? ਜਿਹਦੇ ਵਿੱਚ ਇੱਕ ਸਾਡੇ ਕੋਲ ਆਰਗੇਨਿਜ਼ਮ ਹੁੰਦਾ ਆ ਜਿਹਨੂੰ ਅਸੀਂ ਹੋਸਟ ਕਹਿੰਦੇ ਆ, ਐਂਡ ਦੂਜਾ ਸਾਡੇ ਕੋਲ ਹੁੰਦਾ ਹੈ ਪੈਰਾਸਾਈਟ। ਇਹਦੇ ਵਿੱਚ ਦੋ ਆਰਗੇਨਿਜ਼ਮ ਇਨਵੋਲਵ ਹੋਣਗੇ, ਹੋਸਟ ਐਂਡ ਪੈਰਾਸਾਈਟ। ਜਿਹੜਾ ਹੋਸਟ ਹੋਏਗਾ ਉਹਦੇ ਤੋਂ ਫੂਡ obtain ਕੀਤਾ ਜਾਏਗਾ, ਇਟ ਇਜ਼ ਅ ਸੋਰਸ ਆਫ ਐਨਰਜੀ ਫॉर ਪੈਰਾਸਾਈਟ। ਐਂਡ ਪੈਰਾਸਾਈਟ ਉਹ ਆਰਗੇਨਿਜ਼ਮ ਹੋਏਗਾ ਜਿਹੜਾ ਟੋਟਲੀ ਡਿਪੈਂਡੈਂਟ ਆ ਹੋਸਟ ਦੇ ਉੱਪਰ। ਠੀਕ ਹੈ, ਇਟ ਇਜ਼ ਟੋਟਲੀ ਡਿਪੈਂਡੈਂਟ ਅਪॉन ਹੋਸਟ। ਪੈਰਾਸਾਈਟ ਆਪਣਾ ਫੂਡ ਨਹੀਂ ਪ੍ਰਿਪੇਅਰ ਕਰ ਸਕਦਾ ਜਾਂ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਹੋਸਟ ਤੇ ਡਿਪੈਂਡੈਂਟ ਹੁੰਦਾ ਹੈ। ਪੈਰਾਸਾਈਟ ਫੂਡ obtain ਕਰੇਗਾ ਫਰੋਮ ਦਾ ਹੋਸਟ, ਐਂਡ ਹੋਸਟ provides it facilities regarding its nutrition or shelter whatever it needed। ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਪੋਜ਼ ਪਲਾਜ਼ਮੋਡੀਅਮ ਵਾਈਵੈਕਸ ਤੁਸੀਂ ਦੇਖਿਆ ਹੋਏਗਾ 9th ਕਲਾਸ ਡਿਜ਼ੀਜ਼ ਵਾਲੇ ਚੈਪਟਰ ਦੇ ਵਿੱਚ, ਕਿ ਉਹ ਪੈਰਾਸਾਈਟ ਆ। ਸਾਡੀ ਬੋਡੀ ਦੇ ਅੰਦਰ ਪੈਰਾਸਾਈਟ ਆ ਜਿਹੜਾ ਮਲੇਰੀਆ ਕਾਜ਼ ਕਰਦਾ, ਉਹ ਆਪਣਾ ਨਿਊਟ੍ਰੀਸ਼ਨ ਉੱਥੋਂ ਲੈ ਰਿਹਾ, ਡਿਵੈਲਪ ਹੋ ਰਿਹਾ। ਠੀਕ ਹੈ, ਪੈਰਾਸਾਈਟ ਆ, ਐਂਡ ਜੇ ਹਿਊਮਨ ਬੋਡੀ ਆ ਉਹ ਹੋਸਟ ਹੈ। ਠੀਕ, ਇਹਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਐਗਜ਼ਾਮਪਲਸ ਜਿਹੜੀਆਂ ਉਹ ਮਿਲ ਜਾਣਗੀਆਂ ਕਿ ਪੈਰਾਸਾਈਟ ਜਿਹੜੇ ਆ ਉਹ ਟੇਪ ਵਾਰਮ ਹੋ ਸਕਦੇ ਆ, ਰਾਊਂਡ ਵਾਰਮ ਹੋ ਸਕਦੇ ਆ, ਜਿਹੜੇ ਹਿਊਮਨ ਦੀ ਇੰਟੈਸਟਾਈਨ ਦੇ ਵਿੱਚ ਰਹਿੰਦੇ ਆ। ਠੀਕ ਹੈ, ਜਾਂ ਜਿਹੜੇ ਕੁਝ ਪਲਾਂਟਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਬਹੁਤ ਸਾਰੀਆਂ ਫੰਜਾਈ ਹੁੰਦੀਆਂ ਜਿਹੜੀਆਂ ਵੀਟ ਦੇ ਵਿੱਚ ਰਹਿੰਦੀਆਂ ਆ, ਜਾਂ ਕਸਕਿਊਟਾ ਤੁਸੀਂ ਪੜ੍ਹਿਆ ਹੋਏਗਾ, ਕਸਕਿਊਟਾ ਪਲਾਂਟ ਗਰੋਜ਼ ਐਜ਼ ਅ ਪੈਰਾਸਾਈਟ ਔਨ ਮੈਨੀ ਪਲਾਂਟਸ। ਇਹ ਸਾਰੀਆਂ ਐਗਜ਼ਾਮਪਲਸ ਨੇ ਪੈਰਾਸਿਟਿਕ ਮੋਡ ਆਫ ਨਿਊਟ੍ਰੀਸ਼ਨ ਦੀਆਂ, ਜਿਹਦੇ ਵਿੱਚ ਯਾਦ ਰੱਖਣ ਵਾਲੀ ਚੀਜ਼ ਹੈ ਇੱਕ ਹੋਸਟ ਹੁੰਦਾ ਅਤੇ ਇੱਕ ਪੈਰਾਸਾਈਟ ਹੁੰਦਾ। ਠੀਕ ਹੈ, ਐਗਜ਼ਾਮਪਲਸ ਆਪਾਂ ਲਿਖ ਲੈਂਦੇ ਹਾਂ। ਠੀਕ ਹੈ, ਸਾਡੇ ਕੋਲ ਅਸੀਂ ਦੋ ਐਗਜ਼ਾਮਪਲਸ ਲਿਖ ਲਈਆਂ, ਕੋਈ ਵੀ ਤੁਸੀਂ ਲਿਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਨੈਕਸਟ ਮੋਡ ਆਫ ਨਿਊਟ੍ਰੀਸ਼ਨ। ਸੈਪਰੋਜ਼ੋਇਕ ਮੋਡ ਆਫ ਨਿਊਟ੍ਰੀਸ਼ਨ ਦੇ ਵਿੱਚ ਆਏਗਾ ਕਿ ਕੁਝ ਇਹੋ ਜਿਹੇ ਐਨੀਮਲਸ ਹੁੰਦੇ ਨੇ ਜਿਹੜੇ ਡਾਇਰੈਕਟ ਬੋਡੀ ਸਰਫੇਸ ਤੋਂ, ਮਤਲਬ ਜਿਵੇਂ ਆਪਾਂ ਹੋਸਟ ਪੈਰਾਸਾਈਟ ਪੜ੍ਹਿਆ ਇਸ ਤਰ੍ਹਾਂ ਉਹਦੀ ਬੋਡੀ ਦੇ ਅੰਦਰ ਐਂਟਰ ਨਹੀਂ ਕਰਦੇ, ਬਟ ਜਿਹੜੇ ਵੀ ਉਹਦੀ ਬੋਡੀ ਦੇ ਹੈਗੇ ਆ ਸਰਫੇਸ, ਉਹਨਾਂ ਦੇ ਉੱਪਰੋਂ ਫਲੂਇਡ ਫੂਡ ਜਿਹੜਾ ਉਹ ਅਬਜ਼ੋਰਬ ਕਰਦੇ। ਇਹਦੇ ਵਿੱਚ ਬਹੁਤ ਸਾਰੀਆਂ ਫੰਜਾਈ ਸਾਡੇ ਕੋਲ ਆ ਜਾਂਦੀਆਂ ਆ,
ਆਲਮੋਸਟ ਜਿੰਨੀਆਂ ਫੰਜਾਈਜ਼ ਨੇ ਉਹਨਾਂ ਦਾ ਮੋਡ ਆਫ ਨਿਊਟ੍ਰੀਸ਼ਨ ਸੈਪਰੋਜ਼ ਹੋਏਗਾ। ਇਹਦੇ ਵਿੱਚ ਉਹਨਾਂ ਨੇ ਬੋਡੀ ਸਰਫੇਸ ਤੋਂ ਜਿਹੜਾ ਆ ਦੇ ਅਬਜ਼ੋਰਬ ਫੂਡ ਫਰੋਮ ਬੋਡੀ ਸਰਫੇਸ। ਠੀਕ ਹੈ, ਬੋਡੀ ਸਰਫੇਸ ਤੋਂ ਹੀ ਜਿਹੜਾ ਉਹਨਾਂ ਨੇ ਫੂਡ ਆ ਉਹ ਅਬਜ਼ੋਰਬ ਕਰ ਲੈਣਾ। ਇਹਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਫੰਜਾਈਜ਼ ਨੇ ਉਹ ਆ ਜਾਂਦੀਆਂ। ਨੈਕਸਟ ਅਸੀਂ ਕਰਾਂਗੇ ਫੋਟੋਸਿੰਥਸਿਸ। ਫੋਟੋਸਿੰਥਸਿਸ ਦੇ ਵਿੱਚ ਆਪਾਂ ਪਹਿਲਾਂ ਜਿਵੇਂ ਆਟੋਟ੍ਰੋਫਿਕ ਨਿਊਟ੍ਰੀਸ਼ਨ ਦੇ ਵਿੱਚ ਡਿਸਕ੍ਰਾਈਬ ਕਰ ਚੁੱਕੇ ਹਾਂ ਕਿ ਜਿਹੜੇ ਗ੍ਰੀਨ ਪਲਾਂਟਸ ਨੇ ਉਹ ਸਿੰਪਲ ਚੀਜ਼ਾਂ ਨੂੰ ਯੂਜ਼ ਕਰਕੇ ਉਹਨਾਂ ਤੋਂ ਕੰਪਲੈਕਸ ਚੀਜ਼ਾਂ ਦੀ ਫਾਰਮੇਸ਼ਨ ਕਰਦੇ ਆ। ਠੀਕ ਹੈ, ਹੁਣ ਇਹਦੇ ਵਿੱਚ ਇਹਦੀ ਡੈਫੀਨੇਸ਼ਨ ਕੀ ਲਿਖਾਂਗੇ? ਮੈਨੂਫੈਕਚਰ ਆਫ organic compounds from carbon dioxide and water in presence of sunlight with the help of क्लोरोफिल। ठीक है, ऑर्गेनिक कंपाउंड्स की फॉर्मेशन करनी आ प्लांट दे विच ओबवियसली होएगी। आप फोटोसिंथसिस की गल करांगे तो 9th क्लास तुसीं देखिया होएगा फोटोसिंथसिस किहड़ी ऑर्गेनैली च हुंदी है। प्लास्टिड क्लोरोप्लास्ट पढ़े होणगे, आई होप तुहानूं याद भी होएगा। मैਨੂਫੈਕਚਰ होनी है ऑर्गेनिक कंपाउंड्स की फ्रॉम कार्बन डाइऑक्साइड एंड वाटर इन दी प्रेजेंस ऑफ सनलाइट विद दी हैल्प ऑफ क्लोरोफिल। देखो ਜਿਹੜੇ ਆਪਾਂ 4 ਰॉ ਮਟੀਰੀਅਲ ਪੜ੍ਹੇ ਸੀਗੇ कि ਆਟੋਟ੍ਰੋਫਿਕ ਨਿਊਟ੍ਰੀਸ਼ਨ ਦੇ ਵਿੱਚ कि ਉਹ 4 ਰॉ ਮਟੀਰੀਅਲ यूज़ ਹੁੰਦੇ ਆ। देखो आ रहे हैं कि नहीं? कार्बन डाइऑक्साइड आ गया साढ़े कोल फर्स्ट वन, सैकेंड वाटर आ गया, थर्ड सनलाइट आ गया एंड फोर्थ क्लोरोफिल आ गया। इन्हां चारां दा यूज़ करके जिहड़ा प्लांट आ वो ऑर्गेनिक जिहड़े कंपाउंड आ उन्हां दी फॉर्मेशन कर रहा है। ठीक है, ਇਹਦੀ ਡੈਫੀਨੇਸ਼ਨ ਦੇ ਨਾਲ ਆਪਾਂ ਇਹਨੂੰ ਰਿਐਕਸ਼ਨ ਦੀ ਫਾਰਮ ਦੇ ਵਿੱਚ ਲਿਖਾਂਗੇ ਕਿ ਟੋਟਲ ਕਿੰਨੇ ਮੋਲੀਕਿਊਲਸ ਯੂਜ਼ ਹੁੰਦੇ ਆ। ਜਦੋਂ ਤੁਸੀਂ ਹਾਇਰ ਕਲਾਸਿਸ ਵਿੱਚ ਪੜ੍ਹੋਗੇ ਤਾਂ ਤੁਸੀਂ ਦੇਖੋਗੇ ਕਿ ਮੋਲੀਕਿਊਲਸ ਜਿਹੜੇ ਆ ਉਹ ਕਿਵੇਂ ਗਲੂਕੋਜ਼ ਕਿੰਨੇ ਫਾਰਮ ਹੁੰਦੇ ਉਹ ਟੋਟਲ। ਬਟ ਫਿਲਹਾਲ ਅਸੀਂ ਇੱਥੇ ਰਿਐਕਸ਼ਨ ਲਿਖਾਂਗੇ 6CO2 12H2O and the products are glucose, oxygen and water, chlorophyll and light, sunlight। ठीक है, ਇਹ ਸਾਡੇ ਕੋਲ 4 ਹੀ ਰॉ ਮਟੀਰੀਅਲ ਜਿਹੜੇ ਅਸੀਂ ਯੂਜ਼ ਕੀਤੇ। ਇਹ ਵਾਲੇ ਜਿਹੜਾ ਪ੍ਰੋਡਕਟ ਸਾਡੇ ਕੋਲ ਆਇਆ ਦਿਸ ਇਜ਼ ਗਲੂਕੋਜ਼। ਇਟ ਇਜ਼ ਆਰਗੈਨਿਕ ਕੰਪਾਊਂਡ, ਇਟ ਇਜ਼ ਕੰਪਲੈਕਸ ਫਾਰਮ ਐਂਡ ਦੀਜ਼ ਆਰ ਦੀ ਸਿੰਪਲ ਫਾਰਮਸ। ਠੀਕ ਹੈ, ਆਕਸੀਜਨ ਜਿਹੜੀ ਇਵੋਲਵ ਹੁੰਦੀ ਹੈ ਜਿਹਨੂੰ ਆਪਾਂ ਬਰੀਦਿੰਗ ਲਈ ਯੂਜ਼ ਕਰਦੇ ਹਾਂ ਉਹ ਵਾਲੀ ਆਕਸੀਜਨ ਐਂਡ ਵਾਟਰ ਜਿਹੜੇ ਰਿਐਕਸ਼ਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਫਾਰਮ ਹੁੰਦੀਆਂ। ਠੀਕ ਹੈ, ਫੋਟੋਸਿੰਥਸਿਸ ਦੇ ਵਿੱਚ 2 ਤਰ੍ਹਾਂ ਦੀਆਂ ਰਿਐਕਸ਼ਨਸ ਹੋਣਗੀਆਂ। ਇੱਕ ਹੁੰਦੀ ਹੈ ਲਾਈਟ ਰਿਐਕਸ਼ਨ, ਸੈਕਿੰਡ ਵਨ ਇਜ਼ ਡਾਰਕ ਰਿਐਕਸ਼ਨ। ਠੀਕ ਹੈ, ਲਾਈਟ ਰਿਐਕਸ਼ਨ ਜਿਹੜੀ ਆ ਬੱਚੇ ਆਮ ਤੌਰ 'ਤੇ ਇਹ ਦੇਖ ਲੈਂਦੇ ਆ ਕਿ ਲਾਈਟ ਰਿਐਕਸ਼ਨ ਉਹ ਜਿਹੜੀ ਲਾਈਟ 'ਤੇ ਡਿਪੈਂਡੈਂਟ ਲਾਈਟ ਦੇ ਵਿੱਚ ਹੁੰਦੀ ਹੈ, ਡਾਰਕ ਉਹ ਜਿਹੜੀ ਡਾਰਕ ਦੇ ਵਿੱਚ ਹੁੰਦੀ ਹੈ। ਬਟ ਇਸ ਤਰ੍ਹਾਂ ਇਹਨੂੰ ਅਸੀਂ ਯਾਦ ਨਹੀਂ ਰੱਖਣਾ। ਅਸੀਂ ਇਹ ਦੇਖਣਾ ਇੱਥੇ ਕਿ ਲਾਈਟ ਰਿਐਕਸ਼ਨ ਉਹ ਜਿਹੜੀ ਲਾਈਟ 'ਤੇ ਡਿਪੈਂਡੈਂਟ ਹੋਏ, ਲਾਈਟ ਡਿਪੈਂਡੈਂਟ, it is totally dependent upon the light, and dark reaction is independent of light. Whether the light is present, it doesn't have any effect. So light reaction is totally dependent upon light, and dark reaction doesn't mean that it is happening in the dark. It means it is independent of the light. Whether the light is present or not, it doesn't bother this reaction. Okay. Next is stomata. As we have read in 9th that stomata are the tiny pores present on the surface of leaf for the transpiration, for the exchange of gases. ठीक है, ਹੁਣ stomata ਜਿਹੜੇ ਆ ਸਾਡੇ ਕੋਲ ਸਾਨੂੰ ਇਹਨਾਂ ਦੇ ਫੰਕਸ਼ਨ ਪਤਾ ਆ ਕਿ ਇਹ pores present ਹੁੰਦੇ ਆ, transpiration 'ਚ help ਕਰਦੇ ਆ। ਠੀਕ ਹੈ, and exchange of gases।
main function is exchange of gases, and whenever these opens the transpiration occur due to it is dependent upon the temperature. Here we have to know that stomata ਜਿਹੜੇ ਆ ਉਹਨਾਂ ਦੇ ਓਪਨ ਕਲੋਜ਼ ਹੋਣ ਦੀ ਟਾਈਮਿੰਗ ਕੀ ਹੁੰਦੀ ਆ, ਕਿ ਉਹ ਹਮੇਸ਼ਾ ਓਪਨ ਰਹਿੰਦੇ ਆ ਜਾਂ ਕਲੋਜ਼ ਹੋ ਜਾਂਦੇ ਆ। ਇਹਦੇ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਡੇ ਟਾਈਮ ਹੁੰਦਾ ਹੈ, ਡੇ ਟਾਈਮ ਸਟੋਮੇਟਾ ਓਪਨ ਰਹਿੰਦੇ ਆ, ਠੀਕ ਹੈ। ਐਂਡ ਨਾਈਟ ਟਾਈਮ ਜਿਹੜੇ ਸਟੋਮੇਟਾ ਆ ਉਹ ਕਲੋਜ਼ ਹੋ ਜਾਂਦੇ ਆ। ਇਟ ਮੀਨਸ ਕਿ ਜਿਹੜੀ ਕਾਰਬਨ ਡਾਈਆਕਸਾਈਡ ਪਲਾਂਟ ਯੂਜ਼ ਕਰ ਰਹੇ ਆ ਉਹ ਉਹਨਾਂ ਨੂੰ ਡੇ ਟਾਈਮ ਚਾਹੀਦੀ ਹੁੰਦੀ ਆ, ਡੇ ਟਾਈਮ ਉਹ ਯੂਜ਼ ਕਰਦੇ ਆ, ਐਂਡ ਨਾਈਟ ਟਾਈਮ ਸਟੋਮੇਟਾ ਕਲੋਜ਼ ਹੋ ਜਾਂਦੇ ਆ, ਅਤੇ ਇਸ ਕਰਕੇ ਉਹ ਵਾਲੀ ਜਿਹੜੀ ਐਕਸਚੇਂਜ ਆਫ ਗੈਸਿਸ ਆ ਉਸ ਟਾਈਮ ਨਹੀਂ ਹੁੰਦੀ, ਠੀਕ ਹੈ। ਐਂਡ ਇਹਦੇ ਵਿੱਚ ਜਿਹੜੀ ਇੱਕ ਚੀਜ਼ ਹੈ ਕਿ ਇਹ ਆਪਾਂ ਜਨਰਲ ਗੱਲ ਕਰਦੇ ਪਏ ਹਾਂ। ਜਦੋਂ ਤੁਸੀਂ ਹਾਇਰ ਕਲਾਸਿਸ ਵਿੱਚ ਪੜ੍ਹਦੇ ਹੋ ਤਾਂ ਆਪਾਂ ਪਲਾਂਟ ਦੀਆਂ ਕੈਟੇਗਰੀਜ਼ ਰੱਖੀਆਂ ਹੁੰਦੀਆਂ ਕਿ ਕੁਝ ਜ਼ੀਰੋਫਿਟਿਕ ਹੁੰਦੇ ਆ, C3 C4 ਪਲਾਂਟਸ ਹੁੰਦੇ ਆ, ਅਤੇ ਕੁਝ ਪਲਾਂਟਸ ਦੇ ਵਿੱਚ ਇਹ ਫਿਨੋਮੀਨਾ ਡਿਫਰੈਂਟ ਹੋ ਸਕਦਾ ਆ ਡਿਪੈਂਡਿੰਗ ਅਪੋਨ ਕਿ ਕਿਹੜੀ ਕੈਟੇਗਰੀ ਦਾ ਪਲਾਂਟ ਆ। but this is the basic class, so you don't need to learn that. So here we write only that stomata opens during daytime and close during night time. ਹੁਣ ਆਪਾਂ ਜਿਹੜਾ ਨਿਊਟ੍ਰੀਸ਼ਨ ਦੇਖਿਆ ਜਾਂ ਫੋਟੋਸਿੰਥਸਿਸ ਦੇਖੀ, ਜਿਹੜੇ ਉਹਦੇ ਵਿੱਚ ਪਲਾਂਟ ਨੇ ਚੀਜ਼ਾਂ ਬਣਾਈਆਂ ਆ, ਜਿੰਨੇ ਵੀ ਪ੍ਰੋਡਕਟ ਦੀ ਫਾਰਮੇਸ਼ਨ ਕੀਤੀ ਆ, ਕੀ ਉਹ ਸਾਰੇ ਇਸ ਟਾਈਮ ਤੱਕ ਪਲਾਂਟ ਨੂੰ ਪਹੁੰਚ ਚੁੱਕੇ ਆ? ਉਹਨੇ ਜਸਟ ਫਾਰਮ ਕੀਤੇ ਆ, ਬਟ ਜਿਹੜੀ ਨਿਊਟਰੀਐਂਟਸ ਦੀ ਪਲਾਂਟ ਨੂੰ ਰਿਕੁਆਇਰਮੈਂਟ ਆ ਜਾਂ ਜੋ ਉਹਨੂੰ ਚਾਹੀਦਾ ਆ ਉਹ ਅਜੇ ਇਸ ਫਾਰਮ 'ਚ ਅਵੇਲੇਬਲ ਨਹੀਂ ਆ। ਉਹਦੇ ਵਾਸਤੇ ਇੱਕ ਪ੍ਰੋਸੈਸ ਹੁੰਦਾ ਹੈ ਰੈਸਪੀਰੇਸ਼ਨ। ਰੈਸਪੀਰੇਸ਼ਨ ਕੀ ਹੁੰਦਾ? ਇਟ ਇਜ਼ ਅ ਕੈਟਾਬੋਲਿਕ ਪ੍ਰੋਸੈਸ। ਕੈਟਾਬੋਲਿਕ ਪ੍ਰੋਸੈਸ, ਕੈਟਾਬੋਲਿਜ਼ਮ ਜਾਂ ਕੈਟਾਬੋਲਿਕ ਪ੍ਰੋਸੈਸ ਦਾ ਮਤਲਬ ਇਹਦੇ ਵਿੱਚ ਚੀਜ਼ਾਂ ਦੀ ਬ੍ਰੇਕ ਡਾਊਨ ਹੁੰਦੀ ਹੈ, ਠੀਕ ਹੈ। ਇੱਕ ਹੁੰਦਾ ਐਨਾਬੋਲਿਕ ਪ੍ਰੋਸੈਸ, ਦੇਖ ਲੈਂਦੇ ਤਾਂ ਕਿ ਕਨਫਿਊਜ਼ ਨਾ ਹੋਵੋ ਨੈਕਸਟ ਤੁਸੀਂ। ਇੱਕ ਹੁੰਦਾ ਐਨਾਬੋਲਿਕ ਜਾਂ ਐਨਾਬੋਲਿਜ਼ਮ। ਐਨਾਬੋਲਿਜ਼ਮ ਦੇ ਵਿੱਚ ਚੀਜ਼ਾਂ ਦੀ ਫਾਰਮੇਸ਼ਨ ਹੁੰਦੀ ਹੈ, ਜਿਹੜੇ ਚੀਜ਼ਾਂ ਆ ਉਹਨਾਂ ਦੀ ਸਿੰਥਸਿਸ ਹੁੰਦੀ ਹੈ, ਠੀਕ ਹੈ। ਕੈਟਾਬੋਲਿਜ਼ਮ ਦੇ ਵਿੱਚ ਚੀਜ਼ਾਂ ਦੀ ਬ੍ਰੇਕਡਾਊਨ ਹੁੰਦੀ ਹੈ। ਇਟ ਮੀਨਸ ਇਹਦੇ ਵਿੱਚ ਇਹ ਸਿੰਪਲ ਫਾਰਮ ਦੇ ਵਿੱਚ ਕਨਵਰਟ ਹੋ ਜਾਂਦੀਆਂ ਹੋਣਗੀਆਂ ਜੇ ਬ੍ਰੇਕਡਾਊਨ ਹੋ ਰਿਹਾ। ਐਨਾਬੋਲਿਜ਼ਮ ਦੇ ਵਿੱਚ ਚੀਜ਼ਾਂ ਦੀ ਸਿੰਥਸਿਸ ਹੁੰਦੀ ਆ ਅਤੇ ਕੰਪਲੈਕਸ ਚੀਜ਼ਾਂ ਫਾਰਮ ਹੋ ਜਾਂਦੀਆਂ ਹੋਣਗੀਆਂ। ਹੁਣ ਜਦੋਂ ਅਸੀਂ ਐਨਾਬੋਲਿਜ਼ਮ ਪੜ੍ਹਿਆ ਕਿ ਐਨਾਬੋਲਿਜ਼ਮ ਦੇ ਵਿੱਚ ਸਿੰਥਸਿਸ ਹੋਈ ਅਤੇ ਕੰਪਲੈਕਸ ਚੀਜ਼ਾਂ ਦੀ ਫਾਰਮੇਸ਼ਨ ਹੋਈ, ਤਾਂ ਤੁਹਾਨੂੰ ਯਾਦ ਆਇਆ ਹੋਏਗਾ ਕਿ ਆਪਾਂ ਹੁਣੇ ਅਜੇ ਪੜ੍ਹਿਆ ਕਿ ਫੋਟੋਸਿੰਥਸਿਸ ਜਿਹੜੀ ਆ ਉਹ ਉਹਦੇ ਵਿੱਚ ਸਿੰਪਲ ਚੀਜ਼ਾਂ ਨੂੰ ਯੂਜ਼ ਕਰਕੇ ਕੰਪਲੈਕਸ ਚੀਜ਼ਾਂ ਦੀ ਫਾਰਮੇਸ਼ਨ ਹੋ ਰਹੀ ਆ। ਸੋ ਜਿਹੜਾ ਫੋਟੋਸਿੰਥਸਿਸ ਆ ਉਹ ਸਾਡੇ ਕੋਲ ਐਨਾਬੋਲਿਕ ਪ੍ਰੋਸੈਸ ਆ, ਠੀਕ ਹੈ। ਚੀਜ਼ਾਂ ਦੀ ਸਿੰਥਸਿਸ ਹੋ ਰਹੀ ਆ, ਐਨਰਜੀ ਯੂਜ਼ ਕਰ ਰਿਹਾ ਪਲਾਂਟ। ਇਹਦੇ ਵਿੱਚ ਜਿਹੜੇ ਬਾਏ ਪ੍ਰੋਡਕਟ ਆ ਆਕਸੀਜਨ ਰਿਲੀਜ਼ ਹੁੰਦੀ ਹੈ, ਜਿਵੇਂ ਆਪਾਂ ਰਿਐਕਸ਼ਨ ਦੇ ਵਿੱਚ ਦੇਖਿਆ। ਬਟ ਜਿਹੜਾ ਰੈਸਪੀਰੇਸ਼ਨ ਆ ਦੈਟ ਇਜ਼ ਅ ਕੈਟਾਬੋਲਿਕ ਪ੍ਰੋਸੈਸ, ਠੀਕ ਹੈ। ਬ੍ਰੇਕ ਡਾਊਨ ਹੋ ਰਹੀ ਹੈ, ਚੀਜ਼ਾਂ ਸਿੰਪਲ ਜਿਹੜੀਆਂ ਫਾਰਮਸ ਨੇ ਉਹਦੇ ਵਿੱਚ ਪ੍ਰੋਡਿਊਸ ਹੋ ਰਹੀਆਂ। ਐਂਡ ਇਹਦੇ ਵਿੱਚ ਜਿਹੜੀ ਸਾਡੇ ਕੋਲ ATP ਜਿਹੜੀ ਆ ਉਹਦੀ ਫਾਰਮੇਸ਼ਨ ਜਿਹੜੀ ਆ ਉਹ ATP ਦੀ ਜਿਹੜੀ ਫਾਰਮੇਸ਼ਨ ਹੋਊਗੀ, ਕੈਮੀਕਲ ਐਨਰਜੀ ਜਿਹੜੀ ਆ ਉਹ ਕਨਵਰਟ ਹੋ ਜਾਏਗੀ ATP ਦੀ ਫਾਰਮ ਦੇ ਵਿੱਚ। ਐਂਡ ਵੀ ਨੋ ਦੈਟ ਕਿ ਜਿਹੜਾ ਮਾਈਟੋਕੌਂਡਰੀਆ ਆ ਉਹਦੇ ਵਿੱਚ ATP ਦੇ ਵਿੱਚ ਫਾਰਮ 'ਚ ਐਨਰਜੀ ਜਨਰੇਟ ਹੁੰਦੀ ਆ, ਐਂਡ ਪਲਾਂਟ ਜਾਂ ਕੋਈ ਵੀ ਲਿਵਿੰਗ ਔਰਗੈਨਿਜ਼ਮ ਉਹਨੂੰ ਉਸੇ ਫਾਰਮ 'ਚ ਹੀ ਯੂਜ਼ ਕਰਦਾ। ਸੋ ਇਹ ਵਾਲੀ ਸਾਡੇ ਕੋਲ ਉਹ ਫਾਰਮ ਰੈਡੀ ਹੋ ਜਾਏਗੀ ਜਿਹਦੇ ਵਿੱਚ ਪਲਾਂਟ ਨੇ ਆਪਣੇ ਪ੍ਰੋਸੈਸਿਸ ਕਰਨੇ ਹੁੰਦੇ ਆ, ਠੀਕ ਹੈ। ਉਹਦੇ ਪ੍ਰੋਸੈਸ ਜਿੰਨੇ ਵੀ ਪ੍ਰੋਸੀਡ ਹੋਣੇ ਆ ਉਹ ATP ਦੀ ਫਾਰਮ 'ਚ ਹੋਣੇ ਆ। ਸੋ ਇਹਦੇ ਵਿੱਚ ਕੈਮੀਕਲ ਐਨਰਜੀ ਗੈਟ ਕਨਵਰਟਡ ਇਨਟੂ ATP। ਇਹਦੇ ਵਿੱਚ ਕੁਝ ਸਾਡੇ ਕੋਲ ਚੀਜ਼ਾਂ ਜਨਰੇਟ ਹੋਣਗੀਆਂ, ਲਾਈਕ ਕਾਰਬਨ ਡਾਈਆਕਸਾਈਡ ਜਨਰੇਟ ਹੋਏਗੀ, ਐਂਡ ਨਾਲ ਸਾਡੇ ਕੋਲ ਹੀਟ ਦੀ ਫਾਰਮ ਦੇ ਵਿੱਚ ਕੁਝ ਜਿਹੜੀ ਐਨਰਜੀ ਆ ਉਹ ਲਿਬਰੇਟ ਹੋ ਜਾਂਦੀ ਹੈ। ਸੋ ਰੈਸਪੀਰੇਸ਼ਨ ਇਜ਼ ਅ ਕੈਟਾਬੋਲਿਕ ਪ੍ਰੋਸੈਸ ਐਂਡ ਫੋਟੋਸਿੰਥਸਿਸ ਇਜ਼ ਅ ਐਨਾਬੋਲਿਕ ਪ੍ਰੋਸੈਸ। ਨੈਕਸਟ ਅਸੀਂ ਦੇਖਾਂਗੇ ਕਿ ਜਿਹੜੇ ਸਾਨੂੰ ਪਲਾਂਟਸ ਆ ਉਹ ਗ੍ਰੀਨ ਕਿਉਂ ਨਜ਼ਰ ਆਉਂਦੇ ਆ। ਆਪਾਂ ਦੇਖਿਆ ਕਿ ਜਿਹੜੇ ਪਲਾਂਟ ਉਹਨਾਂ ਦੇ ਵਿੱਚ ਕਲੋਰੋਫਿਲ ਪਿਗਮੈਂਟ ਹੁੰਦਾ ਹੈ, ਜਿਹੜਾ ਮੋਸਟਲੀ ਕਾਮਨ ਪਿਗਮੈਂਟ ਦੈਟ ਇਜ਼ ਕਲੋਰੋਫਿਲ A ਐਂਡ ਕਲੋਰੋਫਿਲ B ਸਾਡੇ ਕੋਲ ਪਿਗਮੈਂਟਸ ਹੁੰਦੇ ਆ, ਠੀਕ ਹੈ। ਕਲੋਰੋਪਲਾਸਟ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦੇ ਜਿਹੜੇ ਲੀਵਸ ਦੇ ਵਿੱਚ ਹੁੰਦਾ। ਇਹਨਾਂ ਦੋਨੋਂ ਪਿਗਮੈਂਟਸ ਦੀ
ਕੀ ਖਾਸੀਅਤ ਆ ਕਿ ਇਹ ਗ੍ਰੀਨ ਕਲਰ ਐਬਜ਼ੋਰਬ ਨਹੀਂ ਕਰਦੇ। ਜਿਹੜੀ ਸਾਡੇ ਕੋਲ 7 ਕਲਰਸ ਹੁੰਦੇ ਨੇ ਉਹਦੇ ਵਿੱਚੋਂ ਗ੍ਰੀਨ ਕਲਰ ਇਹ ਪਿਗਮੈਂਟ ਐਬਜ਼ੋਰਬ ਨਹੀਂ ਕਰਦੇ, ਠੀਕ ਹੈ। ਜਦੋਂ ਇਹ ਐਬਜ਼ੋਰਬ ਨਹੀਂ ਕਰਦੇ ਤਾਂ ਉਹ ਰਿਫਲੈਕਟ ਬੈਕ ਹੋ ਜਾਂਦਾ ਹੈ, ਇਸ ਕਰਕੇ ਉਹ ਜਿਹੜੀ ਰਿਫਲੈਕਸ਼ਨ ਆ ਉਹ ਸਾਨੂੰ ਜਿਹੜਾ ਰਿਫਰੈਕਟਡ ਕਲਰ ਆ ਉਹ ਨਜ਼ਰ ਆਉਂਦਾ ਗ੍ਰੀਨ। ਸੋ ਪਲਾਂਟਸ ਲੁੱਕ ਗ੍ਰੀਨ। ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਨਿਊਟ੍ਰੀਸ਼ਨ ਇਨ ਹਿਊਮਨ ਬੀਇੰਗਸ।